ਵਿਵਾਦ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਕਿ ਪੰਜਾਬ ਦੇ ਰਾਜਪਾਲ ਦਾ ਤੇ ਪੰਜਾਬ ਸਰਕਾਰ ਦਾ ਹੈਗਾ ਕਿ ਗਵਰਨਰ ਸਾਹਿਬ ਨੇ 75 ਸਾਲ ਬਾਅਦ ਪਹਿਲੀ ਵਾਰ ਕਿਸੇ ਗਵਰਨਰ ਨੇ ਬਿਜ਼ਨਸ ਮੰਗਿਆ ਹੈਗਾ ਸਰਕਾਰ ਨੂੰ। ਕਾਨੂੰਨ ਕੀ ਕਹਿੰਦੇ ਤੇ ਕਾਨੂੰਨ ਦੇ ਵਿੱਚ ਕੌਣ ਗਲਤ ਹੈ ਕੌਣ ਸਹੀ, ਤੁਹਾਨੂੰ ਕੀ ਲੱਗਦਾ ਕਿ ਗਵਰਨਰ ਨੂੰ ਪੂਰੀ ਇਹ ਪਾਵਰ ਹੈ ਕਿ ਉਹ ਵਿਧਾਨ ਸਭਾ ਨੂੰ ਬੁਲਾ ਸਕਦਾ ਹੈ, ਵਿਧਾਨ ਸਭਾ ਨੂੰ ਕਿਸੇ ਵੀ ਟਾਈਮ ਦੇ ਉੱਤੇ ਪ੍ਰੋਵੋਕ ਕਰ ਸਕਦਾ ਹੈ। ਗਵਰਨਰ ਕੋਈ ਵੀ ਵਿਸ਼ੇ ਦੇ ਉੱਤੇ ਸਰਕਾਰ ਕੋਲੋਂ ਕੋਈ ਵੀ ਜਾਣਕਾਰੀ ਲੈ ਸਕਦਾ ਹੈ। ਇਹ ਸਾਡੀ ਜਿਹੜੀ ਵਿਧਾਨ ਸਭਾ ਲੈਜਿਸਲੇਚਰ ਅਸੈਂਬਲੀ ਹੈ, ਇਹ ਵਿਧਾਈ ਕੰਮ ਕਰਨ ਵਾਸਤੇ ਹੈ, ਸੰਵਿਧਾਨ ਦੇ ਕਾਨੂੰਨ ਬਣਾਉਣ ਵਾਸਤੇ ਹੈ। ਪੋਲੀਟੀਕਲ ਸਕੋਰ ਜਿਹੜੇ ਸੈਟਲ ਕਰਨ ਵਾਸਤੇ ਵਿਧਾਨ ਸਭਾ ਦੀ ਉਹ ਨਹੀਂ ਹੈਗਾ। ਪੋਲੀਟੀਕਲ ਸਕੋਰ ਸੈਟਲ ਕਰਨੇ ਹੈ, ਕਿਸੇ ਨੇ ਪੋਲੀਟੀਕਲ ਏਜੰਡੇ ਨੂੰ ਉੱਥੇ ਜਾ ਕਰਕੇ ਵਿਧਾਨ ਸਭਾ ਦੇ ਵਿੱਚ ਜਦੋਂ ਕਰਦਾ ਹੈ ਤਾਂ ਉਹ ਵਿਧਾਨ ਸਭਾ ਦੀ ਮਰਿਆਦਾ ਨੂੰ ਕਮਜ਼ੋਰ ਕਰਦਾ। ਕੀ ਵਿਧਾਨ ਸਭਾ ਸਕੱਤਰ ਸਟਾਫ ਵੱਲੋਂ ਉਹ ਪੂਰਾ ਰੂਲ ਜੋ ਪੰਜਾਬ ਕੈਬਨਿਟ ਕੌਂਸਲ ਪਾਸ ਕਰਦੀ ਉਹ ਰਾਜਪਾਲ ਸਾਹਿਬ ਕੋਲ ਜਾਂਦਾ ਹੈ? ਰਾਜਪਾਲ ਦੀ ਮੋਹਰ ਨਹੀਂ ਲੱਗ ਜਾਂਦੀ ਤਦ ਤੱਕ ਉਹ ਰੂਲ ਨਹੀਂ ਬਣਦਾ। ਤੁਸੀਂ ਮੰਨਦੇ ਹੈਗੇ ਕਿ ਇਸ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਆਪਣੇ ਪੋਲੀਟੀਕਲ ਸਕੋਰ ਸੈਟਲ ਕਰ ਰਹੀ ਹੈ? ਕੌਨਫੀਡੈਂਸ਼ੀਅਲ ਮੋਸ਼ਨ ਔਰ ਨੋ ਕੌਨਫੀਡੈਂਸ਼ੀਅਲ ਮੋਸ਼ਨ ਕੌਣ ਲਿਆ ਸਕਦਾ ਹੈ? ਨਾ ਤਾਂ ਕਿਸੇ ਅਪੋਜੀਸ਼ਨ ਨੇ ਚੈਲੰਜ ਕੀਤਾ, ਨਾ ਕਿਸੇ ਪੋਲੀਟੀਕਲ ਪਾਰਟੀ ਨੇ ਕਿਹਾ। ਪੋਲੀਟੀਕਲ ਸਕੋਰਸ ਸੈਟਲ ਕਰਨ ਵਾਸਤੇ ਵਿਧਾਨ ਸਭਾ ਨੂੰ ਨਹੀਂ ਇਸਤੇਮਾਲ ਕੀਤਾ ਜਾਣਾ ਚਾਹੀਦਾ। ਪ੍ਰੈਕਟਿਸ ਸਰਕਾਰ ਨਹੀਂ ਲਿਆ ਸਕਦੀ, ਕੋਈ ਕਾਰਨ ਹੀ ਨਹੀਂ ਹੈ। 7 ਸਾਲ ਬਾਅਦ ਆਖਰ ਜਿਹੜਾ ਮੋਹਾਲੀ ਏਅਰਪੋਰਟ ਆ, ਜਿਹੜਾ ਪਹਿਲਾਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਹੁੰਦਾ ਸੀ, ਉਹਦੇ ਨਾਮ ਨੂੰ ਲੈ ਕੇ ਜਦੋਜਹਿਦ ਚੱਲਦੀ ਆ ਰਹੀ ਸੀ। ਲੇਕਿਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਵੱਲੋਂ ਮਨ ਕੀ ਬਾਤ ਦੇ ਵਿੱਚ ਜ਼ਿਕਰ ਕੀਤਾ ਕਿ ਇਹ ਨਾਮ ਹੁਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਹੀ ਸਮਰਪਿਤ ਹੋਏਗਾ। ਤੇ ਠੀਕ 2 ਦਿਨ ਪਹਿਲਾਂ, ਕਿਉਂਕਿ 28 ਤਰੀਕ ਨੂੰ ਉਹਨਾਂ ਦੀ ਦਿਹਾੜਾ ਵੀ ਹੈਗਾ, ਤੇ ਉੱਥੇ ਪ੍ਰੋਗਰਾਮ ਵੀ ਵੱਡੇ ਕਰਵਾਏ ਜਾਣਗੇ। ਤੇ ਇਸ ਮੁਤਲਕ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਹਰਿਆਣਾ ਵਿਧਾਨ ਸਭਾ ਦਾ ਸਪੀਕਰ ਗਿਆਨ ਚੰਦ ਗੁਪਤਾ ਸਾਹਿਬ। ਗੁਪਤਾ ਸਾਹਿਬ, ਇਹ ਜਿਹੜਾ ਮੋਦੀ ਸਾਹਿਬ ਦਾ ਫੈਸਲਾ ਇਹਨੂੰ ਕਿਵੇਂ ਦੇ ਕਿਉਂਕਿ 7 ਸਾਲ ਤੋਂ ਹਰਿਆਣਾ ਵੀ ਲੜਦੇ ਆ ਰਿਹਾ ਸੀ, ਪੰਜਾਬ ਵੀ, ਕਿ ਨਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ 7 ਸਾਲ ਪੁਰਾਣਾ ਜਿਹੜਾ ਮਸਲਾ ਸੀਗਾ, ਜਿਸ ਦੇ ਉੱਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਸਭ ਅਲੱਗ-ਅਲੱਗ ਆਪਣੀ ਰਾਏ ਰੱਖਦੇ ਸੀਗੇ, ਇੱਕ ਨਾਂ ਦੇ ਉੱਤੇ ਸਾਰਿਆਂ ਨੂੰ ਰਾਜੀ ਕੀਤਾ। ਔਰ ਉਸ ਦੇ ਵਿੱਚ ਵੀ ਸਾਡੀ ਹਰਿਆਣਾ ਅਸੈਂਬਲੀ ਦੇ ਵਿੱਚ ਜਿਹੜਾ ਪਿਛਲਾ ਬਜਟ ਸੈਸ਼ਨ ਹੋਇਆ ਸੀ, ਉਹਦੇ ਵਿੱਚ ਯੂਨੈਨਿਮਸਲੀ ਅਸੀਂ ਇੱਕ ਰੈਜ਼ੋਲੂਸ਼ਨ ਕੀਤਾ ਸੀ ਕਿ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਏ। ਔਰ ਅੱਜ ਮੋਦੀ ਜੀ ਨੇ ਉਸ ਮੰਗ ਨੂੰ ਪੂਰਾ ਕਰਦੇ ਹੋਏ ਉਸ ਸ਼ਹੀਦ ਨੂੰ, ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਆਪਣੀ ਕੁਰਬਾਨੀ ਦਿੱਤੀ, ਆਪਣੀ ਸ਼ਹਾਦਤ ਦਿੱਤੀ, ਅੱਜ ਮੈਂ ਸਮਝਦਾ ਕਿ ਉਸ ਦੇ ਦਿਹਾੜੇ ਦੇ ਉੱਤੇ ਅੱਜ ਜਿਹੜਾ 28 ਤਰੀਕ ਨੂੰ ਉਹਨਾਂ ਦਾ ਨਾਮਕਰਨ ਕੀਤਾ ਜਾ ਰਿਹਾ ਹੈ, ਇਹ ਉਹਨਾਂ ਨੂੰ ਸ਼ਰਧਾਂਜਲੀ ਹੈ। ਔਰ ਇਹਦੇ ਵਿੱਚ ਮੈਂ ਕਹਿੰਦਾ ਕਾਫੀ ਦੇਰ ਲੱਗ ਗਈ ਹੈ, ਬਹੁਤ ਦੇਰ ਪਹਿਲਾਂ, ਕਿਉਂਕਿ ਇਹ ਜਿਹੜੇ ਸਾਡੇ ਸ਼ਹੀਦ ਹੈ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦੀ ਸਾਂਸ ਲੈ ਰਹੇ ਹਾਂ, ਉਹਨਾਂ ਨੂੰ ਯਾਦ ਰੱਖਣਾ, ਉਹਨਾਂ ਦਾ ਜਿਹੜਾ ਉਹਨਾਂ ਨੇ ਸ਼ਹਾਦਤ ਦਿੱਤੀ ਹੈ, ਉਹ ਸ਼ਹਾਦਤ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕਿਹਨਾਂ ਲੋਕਾਂ ਨੇ ਆਪਣੀ ਸ਼ਹਾਦਤ ਦਿੱਤੀ, ਤਾਂ ਅਸੀਂ ਇਹ ਆਜ਼ਾਦੀ ਪ੍ਰਾਪਤ ਕੀਤੀ ਹੈ। ਕਿਉਂਕਿ ਅੱਜ ਬੜੀ ਦੁਰਭਾਗ ਦੀ ਗੱਲ ਹੈ ਕਿ ਪਿਛਲੇ ਕਾਂਗਰਸ ਰਾਜ ਦੇ ਆਉਣ ਤੋਂ ਬਾਅਦ ਇਹਨਾਂ ਸ਼ਹੀਦਾਂ ਨੂੰ ਭੁਲਾ ਦਿੱਤਾ ਗਿਆ। ਔਰ ਇੱਕ ਖਾਨਦਾਨ ਦੇ ਉੱਤੇ ਕਿ ਪੰਡਿਤ ਜਵਾਹਰ ਲਾਲ ਨਹਿਰੂ, ਸ਼੍ਰੀਮਤੀ ਇੰਦਰਾ ਗਾਂਧੀ, ਸੋਨੀਆ ਗਾਂਧੀ, ਰਾਜੀਵ ਗਾਂਧੀ, ਸੰਜੇ ਗਾਂਧੀ, ਇਹੋ ਜਿਹੇ ਨਾਂ ਦੇ ਉੱਤੇ ਉਹਨਾਂ ਨੂੰ ਪ੍ਰਚਲਿਤ ਕੀਤਾ ਗਿਆ। ਲੇਕਿਨ ਮੈਂ ਇਹ ਸਮਝਦਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਦੇਸ਼ ਦੇ ਇਤਿਹਾਸ ਬਾਰੇ, ਆਪਣੀ ਦੇਸ਼ ਦੇ ਉਹਨਾਂ ਸ਼ਹੀਦਾਂ ਬਾਰੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ, ਉਹਨਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਖਾਸ ਤੌਰ 'ਤੇ ਜਿਹੜੀ ਯੰਗ ਪੀੜ੍ਹੀ ਆ ਰਹੀ ਹੈ, ਛੋਟੇ ਬੱਚੇ ਆ ਰਹੇ ਹੈ, ਔਰ ਸਕੂਲਾਂ ਦੇ ਵਿੱਚ ਮੈਂ ਤਾਂ ਕਹਾਂਗਾ, ਅਸੀਂ ਇੱਕ ਪੰਚਕੂਲੇ ਦੇ ਵਿੱਚ ਇੱਕ ਬਹੁਤ ਇਸੇ ਤਰ੍ਹਾਂ ਦਾ ਅਸੀਂ ਇਹ ਪਾਸ ਕੀਤਾ ਕਿ ਜਿੰਨੇ ਵੀ ਕਮਿਊਨਿਟੀ ਸੈਂਟਰ ਹੈਗੇ ਪੰਚਕੂਲੇ ਦੇ ਵਿੱਚ, ਪਿੰਡਾਂ ਦੇ ਵਿੱਚ, ਉਹਨਾਂ ਦੇ ਨਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਕਰ ਗਏ। ਔਰ ਅਸੀਂ 15 ਕਮਿਊਨਿਟੀ ਸੈਂਟਰਸ ਦੇ ਨਾਮ ਸ਼ਹੀਦਾਂ ਦੇ ਨਾਂ ਦੇ ਉੱਤੇ ਅਸੀਂ ਕਰ ਚੁੱਕੇ ਹਾਂ।
ਉਹਨਾਂ ਦੇ ਫੋਟੋ, ਉਹਨਾਂ ਦੀ ਬਰੀਫ ਜੀਵਨੀ, ਉਹਨਾਂ ਜਿਹੜੇ ਕਮਿਊਨਿਟੀ ਸੈਂਟਰ ਹੈਗੇ, ਸਮੁਦਾਇਕ ਕੇਂਦਰ, ਉਹਨਾਂ ਦੇ ਵਿੱਚ ਅਸੀਂ ਲਗਾਈ ਹੈਗੀ ਹੈ, ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਜੋ ਬੱਚੇ ਉਸ ਕਮਿਊਨਿਟੀ ਸੈਂਟਰ ਜਾਂਦੇ ਆ, ਕੋਈ ਵੀ ਫੰਕਸ਼ਨ ਹੁੰਦਾ ਹੈ, ਉਹ ਇਹ ਪੁੱਛਣ ਕਿ ਵੀ ਇਹ ਕੌਣ ਹੈ। ਔਰ ਫਿਰ ਤਾਂ ਹੀ ਉਹਨਾਂ ਨੂੰ, ਅੱਜ ਤਾਂ ਅਸੀਂ ਦੱਸ ਦਾਂਗੇ, ਫਿਰ ਅੱਗੇ ਕੋਈ ਦੱਸਣ ਵਾਲਾ ਨਹੀਂ ਹੋਊਗਾ। ਅੱਜ ਮੈਂ ਸਮਝਦਾ ਕਿ ਉਹਨਾਂ ਦਾ ਬਰੀਫ ਹਿਸਟਰੀ ਨਾਲ ਲਗਾਉਣ ਦੇ ਨਾਲ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲੇਗੀ। ਔਰ ਅੱਜ ਇਹ ਬਹੁਤ ਵੱਡਾ ਜਿਹੜਾ ਸ਼ਲਾਘਾਯੋਗ ਕੰਮ ਜਿਹੜਾ ਮੋਦੀ ਜੀ ਨੇ ਕੀਤਾ ਹੈ, ਮੈਂ ਉਹਨਾਂ ਦੀ ਬਹੁਤ ਬਹੁਤ ਵਧਾਈ ਦਿੰਦਾ। ਜਿੱਦਾਂ ਹਰਿਆਣਾ ਵਿਧਾਨ ਸਭਾ ਨੇ ਸਰਬਸੰਮਤੀ ਦਾ ਰੈਜੂਲੇਸ਼ਨ ਪਾਸ ਕੀਤਾ ਸੀ, ਜੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਪਰ ਕੈਪਟਨ ਅਮਰਿੰਦਰ ਸੀ, ਉਹਨਾਂ ਵੀ ਰੈਜੂਲੇਸ਼ਨ ਪਾਸ ਕੀਤਾ ਸੀ ਇਸ ਮਸਲੇ ਨੂੰ ਲੈ ਕੇ। ਪਰ ਮਸਲਾ ਇਹ ਸੀ ਕਿ ਜਿਹੜਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਤੇ ਕਿਸੇ ਨੂੰ ਆਬਜੈਕਸ਼ਨ ਨਹੀਂ ਸੀ। ਆਬਜੈਕਸ਼ਨ ਸੀ ਕਿ ਪਿੱਛੇ ਸ਼ਹਿਰ ਦਾ ਕਿਹੜਾ ਨਾਮ ਲੱਗੂਗਾ। ਉਸ ਤੇ ਅੱਜ ਹਰਿਆਣਾ ਸਰਕਾਰ ਦਾ ਜਾਂ ਹਰਿਆਣਾ ਬਤੌਰ ਤੁਹਾਡਾ ਕੀ ਸਟੈਂਡ ਰਹੇਗਾ ਜੀ? ਨਹੀਂ, ਦੇਖੀਏ, ਏਅਰਪੋਰਟ ਚੰਡੀਗੜ੍ਹ ਦੇ ਨਾਂ ਤੇ ਬਣਿਆ ਹੈ, ਨਾ ਪੰਚਕੂਲੇ ਦੇ ਨਾਂ ਤੇ, ਨਾ ਹਰਿਆਣਾ ਦੇ ਨਾਂ ਤੇ, ਨਾ ਮੋਹਾਲੀ ਦੇ ਨਾਂ ਦੇ ਉੱਤੇ। ਇਹਦਾ ਨਾਂ ਤਾਂ ਚੰਡੀਗੜ੍ਹ ਏਅਰਪੋਰਟ ਜਿਹੜਾ ਹੈਗਾ, ਉਹੀ ਇੰਟਰਨੈਸ਼ਨਲ ਏਅਰਪੋਰਟ ਹੈ। ਕੋਈ ਪ੍ਰਦੇਸ਼ ਦਾ, ਇੱਕ ਸੂਬੇ ਦਾ ਏਅਰਪੋਰਟ ਨਹੀਂ ਹੈ, ਇੰਟਰਨੈਸ਼ਨਲ ਏਅਰਪੋਰਟ ਹੈਗਾ। ਇਸ ਕਰਕੇ ਇਹਦੀ ਪਹਿਚਾਣ ਇਹ ਦੇਸ਼ ਦੇ ਨਾਲ ਜੁੜੀ ਹੋਈ ਹੈ। ਔਰ ਇੰਟਰਨੈਸ਼ਨਲ ਏਅਰਪੋਰਟ ਹੋਣ ਦੇ ਨਾਤੇ ਚੰਡੀਗੜ੍ਹ ਦੇ ਨਾਲ ਇਹਦੀ ਪਹਿਚਾਣ ਜਿਹੜੀ ਹੈ, ਕਿਉਂਕਿ ਜਦੋਂ ਇਹ ਪਾਸ ਹੋਇਆ ਸੀਗਾ ਉਸ ਵੇਲੇ ਇਹ ਗੱਲ ਹੋਈ ਸੀ ਕਿ ਚੰਡੀਗੜ੍ਹ ਏਅਰਪੋਰਟ ਇਹਦਾ ਨਾਂ ਜਿਹੜਾ ਹੈ ਰੱਖਿਆ ਜਾਏਗਾ। ਸ੍ਰੀ ਗੁਰੂ ਮਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਔਰ ਹਰਿਆਣਾ ਦੇ ਡਿਪਟੀ ਸੀਐਮ ਸ਼੍ਰੀ ਦੁਸ਼ਯੰਤ ਚੌਟਾਲਾ ਦੇ ਵਿਚਕਾਰ ਮੀਟਿੰਗ ਹੋਈ ਸੀ। ਕਹਿੰਦੇ ਉਦੋਂ ਹੀ ਇਹ ਫੈਸਲਾ ਦੋਨਾਂ ਦੇ ਵਿਚਕਾਰ ਲਿਆ ਗਿਆ ਸੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਹੋਣਾ ਚਾਹੀਦਾ ਏਅਰਪੋਰਟ। ਨਹੀਂ, ਦੇਖੋ, ਗੱਲ ਇਹ ਹੈ ਵੀ ਇਹਦੇ ਵਿੱਚ ਚਾਹੇ ਕਿਸੇ ਦਾ ਵੀ ਯੋਗਦਾਨ, ਇਹਦੇ ਵਿੱਚ ਰੈਜ਼ੋਲੂਸ਼ਨ ਜਦੋਂ ਅਸੀਂ ਪਾਸ ਕੀਤਾ, ਸਾਡੇ ਮੁੱਖ ਮੰਤਰੀ ਵੱਲੋਂ ਰੈਜ਼ੋਲੂਸ਼ਨ ਜਿਹੜਾ ਸੀਗਾ ਉਹ ਪੇਸ਼ ਕੀਤਾ ਗਿਆ। ਲੀਡਰ ਆਫ ਦੀ ਆਪੋਜੀਸ਼ਨ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਉਹਨਾਂ ਦੀ ਹਮਾਇਤ ਕੀਤੀ। ਉਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਹੋਰਾਂ ਨੇ ਵੀ, ਸਾਰੇ ਇੱਕ ਸੁਰ ਦੇ ਵਿੱਚ ਸਾਰੇ ਵਿਧਾਇਕਾਂ ਨੇ ਇਸ ਗੱਲ ਨੂੰ ਪਾਸ ਕੀਤਾ ਕਿ ਇਸ ਏਅਰਪੋਰਟ ਦਾ ਨਾਮ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਹੋਣਾ ਚਾਹੀਦਾ ਹੈ। ਸਰ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਹੋਏਗਾ? ਚੰਡੀਗੜ੍ਹ ਹੋਏਗਾ, ਬਿਲਕੁਲ ਚੰਡੀਗੜ੍ਹ। ਪਹਿਲੇ ਵੀ ਚੰਡੀਗੜ੍ਹ ਹੀ ਹੈ, ਪਹਿਲੇ ਵੀ ਚੰਡੀਗੜ੍ਹ ਹੈ, ਅੱਗੇ ਵੀ ਚੰਡੀਗੜ੍ਹ ਹੀ ਹੋਏਗਾ। ਸਰ, ਇਹ ਜਿਹੜਾ ਮਸਲਾ ਤੁਹਾਨੂੰ ਲੱਗਦਾ ਕਿ ਕਿਉਂਕਿ ਹਰਿਆਣੇ ਦੇ ਵਿੱਚ ਜਦੋਂ ਬੜਾ ਉੱਠਿਆ ਸੀ ਕਿ ਜਿਹੜੇ RSS ਦੇ ਪ੍ਰਚਾਰਕ ਰਹੇ ਨੇ ਮੰਗਲ ਸੈਨ ਸਾਹਿਬ ਦੇ ਨਾਮ ਤੇ ਹੋਣਾ ਚਾਹੀਦਾ, ਉਹ ਲੱਗਦਾ ਕਿ ਸਾਰੀਆਂ ਚੀਜ਼ਾਂ ਹੁਣ ਵਿਰਾਮ ਲੱਗ ਗਿਆ। ਗੱਲ ਇਹ ਹੈ, ਜਦੋਂ ਕੋਈ ਇੱਕ ਮੁੱਦਾ ਖੜਾ ਹੁੰਦਾ ਹੈ, ਬਹੁਤ ਤਰ੍ਹਾਂ ਦੇ ਵਿਚਾਰ ਆਉਂਦੇ ਹੈਗੇ ਆ। ਉਹ ਵਿਚਾਰਾਂ ਦੇ ਬਾਅਦ ਜਦੋਂ ਫਾਈਨਲ ਜਿਹੜੀ ਗੱਲ ਹੁੰਦੀ ਹੈਗੀ ਆ, ਉਸ ਫਾਈਨਲ ਦੇ ਵਿੱਚ ਮੈਂ ਸਮਝਦਾ ਕਿ ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ, ਚਾਹੇ ਚੰਡੀਗੜ੍ਹ, ਸਾਰਿਆਂ ਦੀ ਸਹਿਮਤੀ ਹੈਗੀ ਆ। ਔਰ ਇੱਕ ਇਹੋ ਜਿਹਾ ਨਾਂ ਜਿਹੜਾ ਕਿਸੇ ਇੱਕ ਸੂਬੇ ਦੇ ਨਾਲ ਨਹੀਂ ਜੁੜਿਆ ਹੋਇਆ, ਦੇਸ਼ ਦੇ ਨਾਲ ਜੁੜਿਆ ਹੈ, ਉਸ ਸ਼ਹੀਦ ਦੇ ਨਾਂ ਦੇ ਉੱਤੇ ਸ਼ਹੀਦ ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਉਹ ਚੰਡੀਗੜ੍ਹ, ਉਸ ਦੇ ਉੱਤੇ ਨਾਂ ਰੱਖਿਆ ਗਿਆ। ਮੈਂ ਕਹਿੰਦਾ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ। ਜਿੱਦਾਂ ਤੁਸੀਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਦਾ ਬਹੁਤ ਕਸੂਰ ਆ ਕਿ ਪਰਿਵਾਰ ਦੇ ਨਾਮ ਨੂੰ ਲੈ ਕੇ ਉਹਨਾਂ ਦੇ ਨਾਮ ਹੀ ਸਮਰਪਿਤ ਰਹੇ ਨੇ, ਪਰ ਇੱਕ ਮੰਗ ਹੈ ਕਿ ਕੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਹਜੇ ਤੱਕ ਸਰਕਾਰਾਂ ਨੇ, ਪਿਛਲੀਆਂ ਸਰਕਾਰਾਂ ਦੇ ਤੁਸੀਂ ਦੱਸਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਅੱਗੇ ਰੱਖਿਆ, ਕਿ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਗਿਆ। ਤਾਂ ਲੱਗਦਾ ਕਿ ਇਹ ਵੀ ਮੋਦੀ ਸਾਹਿਬ ਜਾਂ ਜਿਹੜੀ ਸੈਂਟਰ ਸਰਕਾਰ ਆ, ਇਹ ਵੀ ਕੌਮੀ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ? ਦੇਖੋ, ਮੈਂ ਤਾਂ ਕਹਿੰਦਾ ਇਕੱਲੇ ਇਹ ਸ਼ਹੀਦ ਥੋੜ੍ਹੀ, ਇਹ ਇੱਕ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਹਜ਼ਾਰਾਂ ਇਹੋ ਜਿਹੇ ਸ਼ਹੀਦ ਹੈ। ਸ਼ਹੀਦ ਆਜ਼ਮ ਭਗਤ ਸਿੰਘ, ਸ਼੍ਰੀ ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਇਹ ਸਾਰੇ ਜਿਹੜੇ ਸਾਡੇ ਸ਼ਹੀਦ ਹੋਏ ਹੈ, ਇਹ ਸਾਡੇ ਵਾਸਤੇ ਪੂਜਨੀय ਹੈਗੇ ਹੈ। ਇਹ ਲੋਕਾਂ ਦੇ ਕਹਿਣ ਦੇ ਨਾਲ, ਦਰਜਾ ਦੇਣ ਦੇ ਨਾਲ ਸਾਡੇ ਦਿਲਾਂ ਦੇ ਵਿੱਚ ਇਹਨਾਂ ਦੇ ਵਾਸਤੇ ਜਿਹੜੀ ਇੱਕ ਸਾਡਾ ਸਥਾਨ ਹੈਗਾ, ਉਹ ਬਹੁਤ ਉੱਚਾ ਸਥਾਨ ਉਹ ਹੋਣਾ ਚਾਹੀਦਾ। ਔਰ ਇਸੇ ਕਰਕੇ ਮੈਂ ਸਮਝਦਾ ਕਿ ਇਹ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਚੰਡੀਗੜ੍ਹ ਹੈਗਾ, ਇਹਦਾ ਨਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਗਿਆ। ਔਰ ਮੈਂ ਸਮਝਦਾ ਕਿ ਦਰਜਾ ਦੇਣ ਦੇ ਨਾਲ ਹੀ, ਦਰਜਾ ਤਾਂ ਉਹਨਾਂ ਦਾ ਬਹੁਤ ਉੱਚਾ ਹੈ ਕਿਤੇ, ਮਤਲਬ ਮੈਂ ਸਮਝਦਾ ਕਿ ਮੈਂ ਖੁਦ ਮੇਰੀ ਇਹ ਸੋਚ ਹੈ ਕਿ ਉਹਨਾਂ ਨੂੰ ਦਰਜਾ ਦੇਣ ਦੀ ਲੋੜ ਨਹੀਂ। ਉਹ ਦਰਜਾ ਤਾਂ ਉਹਨਾਂ ਨੇ ਉਸ ਵੇਲੇ ਪਾ ਲਿਆ ਸੀ ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਸੀ। ਸਾਡੇ ਉਹ ਲੋਕ ਸਭਾ ਮੈਂਬਰ ਸਿਮਰਜੀਤ ਮਾਨ, ਉਹ ਤੇ ਅੱਤਵਾਦੀ ਵੀ ਕਹਿ ਗਏ ਨਾ ਇਹਨਾਂ ਨੂੰ ਜੀ। ਦੇਖੋ, ਇਹ ਹਰ ਆਦਮੀ ਦੀ ਆਪਣੀ ਸੋਚ ਹੈ। ਹੁਣ ਕੋਈ ਕੀ ਕਹਿੰਦਾ ਹੈ, ਇਹ ਉਹਨਾਂ ਦੀ ਸੋਚ ਹੈਗੀ ਹੈ, ਲੇਕਿਨ ਦੇਸ਼ ਦੀ ਜਨਤਾ, ਸਾਰਾ ਵਰਲਡ ਜਾਣਦਾ ਹੈ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਲੜਾਈ ਲੜੀ ਹੈ।
ਕੋਈ ਉਹਨਾਂ ਨੇ ਆਪਣੇ ਵਾਸਤੇ ਲੜਾਈ ਨਹੀਂ ਲੜੀ, ਕਿਸੇ ਪਰਿਵਾਰ ਵਾਸਤੇ ਲੜਾਈ ਨਹੀਂ ਲੜੀ, ਦੇਸ਼ ਵਾਸਤੇ ਲੜਾਈ ਲੜੀ। ਉਸ ਵੇਲੇ ਚਾਹੇ ਉਹ ਅੱਜ ਪਾਕਿਸਤਾਨ ਹੈ, ਪਾਕਿਸਤਾਨ ਦੇ ਵੀ ਲੋਕ ਜਿਹੜੇ ਸੀ ਬਹੁਤ ਸਾਰੇ ਦੇਸ਼ ਭਗਤ ਸੀਗੇ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਅਤੇ ਮੈਂ ਸਮਝਦਾ ਇਹੋ ਜਿਹੇ ਦੇਸ਼ ਭਗਤ ਨੂੰ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਇਆ ਉਹਨਾਂ ਨੂੰ ਅੱਤਵਾਦੀ ਕਹਿਣਾ ਉਹ ਜਾਇਜ਼ ਨਹੀਂ। ਸਰ ਆਉਣ ਵਾਲੇ ਸਮੇਂ 'ਚ ਜਾਂ ਤੁਸੀਂ ਨਿੱਜੀ ਤੌਰ 'ਤੇ ਹਰਿਆਣਾ ਸਰਕਾਰ ਨੂੰ ਕਹਿ ਵੀ ਸਕਦੇ ਜਾਂ ਹਰਿਆਣਾ ਸਰਕਾਰ ਰੈਜੂਲੇਸ਼ਨ ਲੈ ਕੇ ਆ ਸਕਦੀ ਹੈਗੀ ਕਿ ਇਸ ਜਿੰਨੇ ਵੀ ਸ਼ਹੀਦ ਨੇ ਜਿਨ੍ਹਾਂ ਦੀ ਬਦੌਲਤ ਹੀ ਅੱਜ ਸੁੱਖ ਦਾ ਚੈਨ ਸਾਹ ਲੈ ਰਹੇ ਆਜ਼ਾਦੀ ਦੀ, ਭਾਰਤ ਸਰਕਾਰ ਨੂੰ ਸਾਰਿਆਂ ਨੂੰ ਇੱਕ ਵਾਰ ਕੌਮੀ ਦਰਜਾ ਤੇ ਦੇ ਹੀ ਦੇਣਾ ਚਾਹੀਦਾ ਵੀ ਇਹ ਸ਼ਹੀਦ ਨੇ, ਕਿਉਂਕਿ ਅਜੇ ਤੱਕ ਉਹ ਅੰਗਰੇਜ਼ਾਂ ਦਾ ਹੀ ਰੂਲ ਚੱਲਦੇ ਆ ਰਹੇ ਨੇ। ਪਿੱਛੇ ਜੇ ਹਾਈ ਕੋਰਟ ਦੇ ਵਿੱਚ ਕੇਸ ਗਿਆ, ਉਹ ਕਹਿ ਕੇ ਨਹੀਂ ਸ਼ਹੀਦ ਦਾ ਦਰਜਾ ਨਹੀਂ ਹੈਗਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਜਾਂ ਬਾਕੀ ਵੀ ਜਿਹੜੇ ਸ਼ਹੀਦ ਨੇ। ਨਹੀਂ, ਮੈਂ ਤਾਂ ਕਹਿ ਰਿਹਾ ਵੀ ਸ਼ਹੀਦ ਜਿਹੜੇ ਹੈ ਸਾਡੇ ਸਾਰੇ ਜਿੰਨੇ ਵੀ ਸ਼ਹੀਦ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਉਹਨਾਂ ਨੂੰ ਦਰਜਾ ਦੇਣ ਦੀ ਲੋੜ ਨਹੀਂ, ਉਹਨਾਂ ਦਾ ਦਰਜਾ ਬਹੁਤ ਉੱਚਾ ਹੈ। ਸਰ ਕਿਉਂਕਿ ਨਿਜ਼ਮ ਇੱਕ ਨੇ ਅਸੈਂਬਲੀਆਂ ਦੇ ਪਾਰਲੀਮੈਂਟ ਦੇ ਵਿੱਚ ਵਿਵਾਦ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਕਿ ਪੰਜਾਬ ਦੇ ਰਾਜਪਾਲ ਦਾ ਤੇ ਪੰਜਾਬ ਸਰਕਾਰ ਦਾ ਹੈਗਾ। ਕਾਨੂੰਨ ਕੀ ਕਹਿੰਦੇ ਤੇ ਕਾਨੂੰਨ ਦੇ ਵਿੱਚ ਕੌਣ ਗਲਤ ਹੈ ਕੌਣ ਸਹੀ, ਤੁਹਾਨੂੰ ਕੀ ਲੱਗਦਾ ਕਿ ਕੀ ਗਵਰਨਰ ਸਾਹਿਬ ਬਿਜ਼ਨਸ ਮੰਗ ਸਕਦੇ ਨੇ ਤੇ ਬਿਜ਼ਨਸ ਹੁੰਦਾ ਕੀ ਹੈ? ਸਰਕਾਰ ਕਿਉਂਕਿ ਸਾਡੀ ਉੱਥੇ ਪੰਜਾਬ ਦੇ ਵਿੱਚ ਹੈ ਕਿ ਗਵਰਨਰ ਸਾਹਿਬ ਨੇ 75 ਸਾਲ ਬਾਅਦ ਪਹਿਲੀ ਵਾਰ ਕਿਸੇ ਗਵਰਨਰ ਨੇ ਬਿਜ਼ਨਸ ਮੰਗਿਆ ਗਿਆ ਸਰਕਾਰ ਕੋਲੋਂ। ਦੇਖੋ ਆਰਟੀਕਲਸ 174 ਆਫ ਦਾ ਕਨਸਟੀਟਿਊਸ਼ਨ ਉਸ ਦੇ ਵਿੱਚ ਗਵਰਨਰ ਨੂੰ ਪੂਰੀ ਇਹ ਪਾਵਰ ਹੈ ਕਿ ਉਹ ਵਿਧਾਨ ਸਭਾ ਨੂੰ ਬੁਲਾ ਸਕਦਾ ਹੈ, ਵਿਧਾਨ ਸਭਾ ਨੂੰ ਕਿਸੇ ਵੀ ਟਾਈਮ ਦੇ ਉੱਤੇ ਪ੍ਰੋਵੋਕ ਕਰ ਸਕਦਾ ਹੈ ਔਰ ਵਿਧਾਨ ਸਭਾ ਨੂੰ ਭੰਗ ਵੀ ਕਰ ਸਕਦਾ। ਇਹ ਪਾਵਰਾਂ ਸਾਰੀ ਆਰਟੀਕਲ 174 ਦੇ ਵਿੱਚ ਗਵਰਨਰ ਸਾਹਿਬ ਕੋਲ ਹੈ। ਦੂਜੇ ਗਵਰਨਰ ਕੋਈ ਵੀ ਵਿਸ਼ੇ ਦੇ ਉੱਤੇ ਸਰਕਾਰ ਕੋਲੋਂ ਕੋਈ ਵੀ ਜਾਣਕਾਰੀ ਲੈ ਸਕਦਾ ਹੈਗਾ, ਇਹ ਉਹਨਾਂ ਦੀ ਪਾਵਰ ਹੈਗੀ ਹੈ। ਔਰ ਉਹ ਜਿਹੜਾ ਹੈਗਾ ਉਸ ਰੂਲ ਦੇ ਮੁਤਾਬਕ 167 168 ਦੇ ਮੁਤਾਬਕ ਕੋਈ ਵੀ ਜਾਣਕਾਰੀ ਮੰਗ ਸਕਦੇ ਹੈ। ਔਰ ਦੇਖੋ ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ, ਇਹ ਸਾਡੀ ਜਿਹੜੀ ਵਿਧਾਨ ਸਭਾ ਲੈਜਿਸਲੇਚਰ ਅਸੈਂਬਲੀ ਹੈ ਇਹ ਵਿਧਾਈ ਕੰਮ ਕਰਨ ਵਾਸਤੇ ਹੈ, ਸੰਵਿਧਾਨ ਦੇ ਕਾਨੂੰਨ ਬਣਾਉਣ ਵਾਸਤੇ ਹੈ। ਔਰ ਦੂਜੇ ਜਿਹੜੀ ਜਨਤਾ ਹੈ, ਲੋਕ ਹੈ ਜਿਹੜੇ ਚੁਣ ਕਰਕੇ ਭੇਜਦੇ ਹੈ, ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਜਗ੍ਹਾ ਹੈਗੀ ਆ ਉਹ ਵਿਧਾਨ ਸਭਾ ਹੈ। ਪੋਲੀਟੀਕਲ ਸਕੋਰ ਜਿਹੜੇ ਸੈਟਲ ਕਰਨ ਵਾਸਤੇ ਵਿਧਾਨ ਸਭਾ ਦੀ ਉਹ ਨਹੀਂ ਹੈਗਾ। ਪੋਲੀਟੀਕਲ ਸਕੋਰ ਸੈਟਲ ਕਰਨੇ ਆ ਕਿਸੇ ਨੇ ਆਪਣਾ ਬਾਹਰ ਜਿੰਨੇ ਮਰਜ਼ੀ ਸੈਟਲ ਕਰਦੇ ਰਹੋ, ਲੇਕਿਨ ਵਿਧਾਨ ਸਭਾ ਦੇ ਵਿੱਚ ਜਿਹੜਾ ਵਿਧਾਈ ਕਾਰਜ ਹੈਗਾ, ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਵਿਧਾਇਕਾਂ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਉੱਥੇ ਅੱਛੇ ਬਣਨ, ਕਾਨੂੰਨਾਂ ਦੇ ਉੱਥੇ ਚਰਚਾ ਹੋਵੇ, ਜਿਹੜਾ ਵੀ ਕੋਈ ਪ੍ਰਸਤਾਵ ਪਾਰਿਤ ਹੁੰਦਾ ਹੈ ਉਹ ਵਿਧਾਇਕ ਉਹਦੇ ਵਿੱਚ ਚਰਚਾ ਦੇ ਵਿੱਚ ਹਿੱਸਾ ਲੈਣ ਔਰ ਜਨ ਸਮੱਸਿਆਵਾਂ ਦੇ ਸਮਾਧਾਨ ਵਾਸਤੇ ਉੱਥੇ ਚਰਚਾ ਹੋਵੇ। ਜੇ ਕੋਈ ਮੈਂ ਸਮਝਦਾ ਕਿ ਆਪਣੀ ਕੋਈ ਪਾਰਟੀ ਨੂੰ ਜਾਂ ਆਪਣੇ ਕੋਈ ਪੋਲੀਟੀਕਲ ਏਜੰਡੇ ਨੂੰ ਉੱਥੇ ਜਾ ਕਰਕੇ ਵਿਧਾਨ ਸਭਾ ਦੇ ਵਿੱਚ ਜਦੋਂ ਕਰਦਾ ਹੈ ਤਾਂ ਉਹ ਵਿਧਾਨ ਸਭਾ ਦੀ ਮਰਿਆਦਾ ਨੂੰ ਕਮਜ਼ੋਰ ਕਰਦਾ ਹੈ। ਵਿਧਾਨ ਸਭਾ ਦੀ ਜਿਹੜਾ ਇੱਕ ਮਰਿਆਦਾ ਹੈ, ਗੌਰਵ ਹੈ, ਉਹਨੂੰ ਘੱਟ ਕਰਦਾ। ਸਰ ਜਦੋਂ ਹਰਿਆਣਾ ਵਿਧਾਨ ਸਭਾ ਬੈਠਦੀ ਹੈਗੀ ਆ, ਜਿਹੜਾ ਸਰਕਾਰ ਦਾ ਬਿਜ਼ਨਸ ਰੂਲ ਆਉਂਦਾ ਹੈਗਾ, ਕੀ ਵਿਧਾਨ ਸਭਾ ਸਕੱਤਰ ਸਟਾਫ ਵੱਲੋਂ ਉਹ ਪੂਰਾ ਰੂਲ ਜੋ ਪੰਜਾਬ ਕੈਬਨਿਟ ਕੌਂਸਲ ਪਾਸ ਕਰਦੀ ਉਹ ਰਾਜਪਾਲ ਸਾਹਿਬ ਕੋਲ ਜਾਂਦਾ ਜੀ? ਬਿਲਕੁਲ ਜਾਂਦਾ ਜੀ। ਕੋਈ ਵੀ ਰੂਲ ਜਿਹੜਾ ਵਿਧਾਨ ਸਭਾ ਪਾਸ ਕਰੇਗੀ ਉਹ ਜਦੋਂ ਤੱਕ ਰਾਜਪਾਲ ਦੀ ਮੋਹਰ ਨਹੀਂ ਲੱਗ ਜਾਂਦੀ ਤਦ ਤੱਕ ਉਹ ਰੂਲ ਨਹੀਂ ਬਣਦਾ। ਨਹੀਂ, ਜਦੋਂ ਵਿਧਾਨ ਸਭਾ ਬੁਲਾਈ ਜਾਂਦੀ ਹੈ, ਸੈਸ਼ਨ ਬੁਲਾਇਆ ਜਾਂਦਾ ਜੀ, ਉਦੋਂ ਜਿੰਨਾ ਸਰਕਾਰ ਆਪਣਾ ਬਿਜ਼ਨਸ ਰੱਖਦੀ ਸੀ ਉਹ ਕਾਪੀ ਤੇ ਗਵਰਨਰ ਸਾਹਿਬ ਕੋਲ ਜਾਂਦੀ ਜੀ? ਹਾਂ, ਨਹੀਂ, ਉਹ ਜਾਂਦੀ ਹੈ, ਉਹਨਾਂ ਕੋਲੋਂ ਮਨਜ਼ੂਰੀ ਮਿਲ ਕੇ ਆਉਂਦੀ ਹੈ। ਉਹ ਉਹਨਾਂ ਨੂੰ ਇੱਕ ਭੇਜਦੇ ਆ ਕਿ ਸਾਡਾ ਇਹ ਸੈਸ਼ਨ ਜਿਹੜਾ ਬੁਲਾਇਆ ਜਾਵੇ, ਫਿਰ ਗਵਰਨਰ ਸਾਹਿਬ ਆਪਣੀ ਮਨਜ਼ੂਰੀ ਦਿੰਦੇ ਆ ਕਿ ਬੁਲਾਇਆ ਜਾ ਸਕਦਾ, ਇਸ ਤਾਰੀਖ ਨੂੰ ਨਹੀਂ ਬਣਾ ਸਕਦਾ, ਅੱਗੇ ਪਿੱਛੇ ਡੇਟ ਕਰਨੀ ਹੈ, ਉਹ ਸਾਰਾ ਤੈਅ ਗਵਰਨਰ ਸਾਹਿਬ ਕਰਦੇ। ਤੁਸੀਂ ਮੰਨਦੇ ਹੈਗੇ ਕਿ ਇਸ ਪੰਜਾਬ ਸਰਕਾਰ ਇਸ ਮਸਲੇ ਦੇ ਵਿੱਚ ਆਪਣੇ ਪੋਲੀਟੀਕਲ ਸਕੋਰ ਸੈਟਲ ਕਰ ਰਹੀ ਹੈ? ਬਿਲਕੁਲ। ਇਹ ਮੈਂ ਸਮਝਦਾ ਕਿ ਜਿਹੜਾ ਜਾਂ ਤਾਂ ਏਜੰਡਾ ਦੱਸਣ ਨਾ ਕਿ ਵੀ ਇਸ ਦਿਨ ਅਸੀਂ ਸੈਸ਼ਨ ਬੁਲਾ ਰਹੇ ਹਾਂ, ਉਹਦੇ ਵਿੱਚ ਅਸੀਂ ਇਹ ਚੀਜ਼ਾਂ ਡਿਸਕਸ ਕਰਨੀਆਂ, ਕੋਈ ਐਮਰਜੈਂਸੀ ਆ ਗਈ, ਇਹੋ ਜਿਹਾ ਬਿੱਲ ਪਾਸ ਕਰਨਾ ਹੈ ਜਿਹੜਾ ਬਹੁਤ ਜ਼ਰੂਰੀ ਹੈਗਾ, ਲੇਕਿਨ ਉਹ ਤਾਂ ਦੱਸਦੇ ਨਹੀਂ ਹੈਗੇ। ਬਸ ਉਹ ਕਹਿੰਦੇ ਅਸੀਂ ਸੈਸ਼ਨ ਬਣਾਉਣਾ। ਉਹ ਸੈਸ਼ਨ ਬੁਲਾਉਣ ਦੀ ਪਾਵਰ ਤਾਂ ਆਪਣੇ ਗਵਰਨਰ ਸਾਹਿਬ ਕੋਲ ਹੈਗੀ ਹੈ।
ਸਰ ਜਿਹੜਾ ਕੌਨਫੀਡੈਂਸ਼ੀਅਲ ਮੋਸ਼ਨ ਔਰ ਨੋ ਕੌਨਫੀਡੈਂਸ਼ੀਅਲ ਮੋਸ਼ਨ ਕੌਣ ਲਿਆ ਸਕਦਾ ਜੀ? ਦੇਖिए ਕੌਨਫੀਡੈਂਸ ਮੋਸ਼ਨ ਹਮੇਸ਼ਾ ਜਦੋਂ ਵੀ ਆਂਦਾ ਰਿਹਾ ਹੈ ਉਹ ਨੋ ਕੌਨਫੀਡੈਂਸ ਮੋਸ਼ਨ ਰਿਹਾ ਹੈ। ਔਰ ਜਦੋਂ ਕਿਸੇ ਅਪੋਜੀਸ਼ਨ ਪਾਰਟੀ ਨੇ ਚੈਲੰਜ ਕੀਤਾ ਹੈ ਤਾਂ ਫਿਰ ਉਹ ਕਹਿੰਦੇ ਕਿ ਨਹੀਂ ਅਸੀਂ ਕੌਨਫੀਡੈਂਸ ਮੋਸ਼ਨ ਲੈ ਕੇ ਸਰਕਾਰ ਆਉਂਦੀ ਹੈ। ਇਸ ਮਾਮਲੇ ਦੇ ਵਿੱਚ ਨਾ ਤਾਂ ਕਿਸੇ ਅਪੋਜੀਸ਼ਨ ਨੇ ਚੈਲੰਜ ਕੀਤਾ, ਨਾ ਕਿਸੇ ਪੋਲੀਟੀਕਲ ਪਾਰਟੀ ਨੇ ਕਿਹਾ, ਔਰ ਖੁਦ ਆਪਣੀ ਆਪ ਜਿਹੜੀ ਹੈਗੀ ਹੈ ਇੱਕ ਪੋਲੀਟੀਕਲ ਪਾਰਟੀ ਲਿਆ ਕੇ ਆਪਣਾ ਕੌਨਫੀਡੈਂਸ ਲਿਆਉਣਾ ਚਾਹੁੰਦੀ ਹੈ। ਉਹਦੇ ਪਿੱਛੇ ਕੋਈ ਨਾ ਤਾਂ ਸਰਕਾਰ ਕਿਤੇ ਗਿਰਦੀ ਹੋਈ ਨਜ਼ਰ ਆ ਰਹੀ ਹੈਗੀ ਹੈ, ਨਾ ਕਿਤੇ ਜਾਂ ਕੋਈ ਦੂਜਾ ਹੋਰ ਕਾਰਨ ਨਜ਼ਰ ਆ ਰਿਹਾ। ਇਸ ਕਰਕੇ ਮੈਂ ਸਮਝਦਾ ਕਿ ਪੋਲੀਟੀਕਲ ਸਕੋਰਸ ਸੈਟਲ ਕਰਨ ਵਾਸਤੇ ਵਿਧਾਨ ਸਭਾ ਨੂੰ ਨਹੀਂ ਇਸਤੇਮਾਲ ਕੀਤਾ ਜਾਣਾ ਚਾਹੀਦਾ। ਸਰਕਾਰ ਵੈਸੇ ਲਿਆ ਸਕਦੀ ਸਰ ਲੋੜ ਪੈਣ ਤੇ ਕੌਨਫੀਡੈਂਸ਼ੀਅਲ ਮੋਸ਼ਨ ਜੀ? ਕੌਨਫੀਡੈਂਸ ਮੋਸ਼ਨ ਲਿਆਉਣ ਵਾਸਤੇ ਵੀ ਜਿਹੜਾ ਹੈਗਾ, ਜਦੋਂ ਕੋਈ ਦੂਜੀ ਪਾਰਟੀ ਕਹਿੰਦੀ ਹੈ, ਮੈਂ ਅਪੋਜੀਸ਼ਨ ਪਾਰਟੀ ਦੇ ਲੋਕ ਕਹਿੰਦੇ ਆ ਕਿ ਵੀ ਸਰਕਾਰ ਅਲਪਮਤ ਦੇ ਵਿੱਚ ਆ ਚੁੱਕੀ ਹੈ, ਸਰਕਾਰ ਨੂੰ ਜਿਹੜਾ ਹੈਗਾ ਕੌਨਫੀਡੈਂਸ ਵੋਟ ਲੈਣਾ ਚਾਹੀਦਾ, ਤਾਂ ਸਰਕਾਰ ਲਿਆ ਸਕਦੀ ਹੈ। ਅੱਜ ਇਹਦੇ ਵਿੱਚ ਤਾਂ ਕਿਸੇ ਨੇ ਡਿਮਾਂਡ ਹੀ ਨਹੀਂ ਕੀਤੀ। ਡਾਇਰੈਕਟ ਸਰਕਾਰ ਨਹੀਂ ਲਿਆ ਸਕਦੀ? ਨਹੀਂ, ਕੋਈ ਕਾਰਨ ਹੀ ਨਹੀਂ ਹੈ ਨਾ, ਕੋਈ ਕਾਰਨ ਤਾਂ ਹੋਵੇ। ਸਰ ਇਹ ਵੀ ਰੂਲ ਹੈ ਕਿ ਜਿਹੜੇ ਡਾਇਰੈਕਟ ਸਰਕਾਰ ਆਪਣਾ ਮੋਸ਼ਨ ਲੈ ਕੇ ਨਹੀਂ ਆ ਸਕਦੀ, ਉਸ ਤੋਂ ਪਹਿਲਾਂ ਵਿਧਾਨ ਸਭਾ ਦਾ ਜਿਹੜੇ ਆਪਣਾ ਬਿਜ਼ਨਸ ਉਹ ਚੱਲਣਾ ਜ਼ਰੂਰੀ ਹੈ, ਪ੍ਰਸ਼ਨ ਕਾਲ, ਜ਼ੀਰੋ ਕਾਲ, ਫਿਰ ਕੋਈ ਸਰਕਾਰ ਆਪਣਾ ਕੰਮਕਾਜ ਪੇਸ਼ ਕਰ ਸਕਦੀ? ਹਾਂ, ਉਹਦੇ ਵਿੱਚ ਬਿਜ਼ਨਸ ਹੋਣਾ ਜ਼ਰੂਰੀ ਹੈ, ਕਿਉਂਕਿ ਬਿਜ਼ਨਸ ਉਹਦੇ ਵਿੱਚ ਉਸ ਤੋਂ ਪਹਿਲਾਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੁੰਦੀ ਹੈ ਕਿ ਕਿੰਨਾ ਦੇਰ ਸੈਸ਼ਨ ਚੱਲੇਗਾ, ਕੀ ਉਹਦੇ ਵਿੱਚ ਵਰਕਿੰਗ ਹੋਏਗੀ, ਕੀ ਉਹਦੇ ਵਿੱਚ ਪ੍ਰਸ਼ਨ ਆਉਣਗੇ, ਜਾਂ ਕਿ ਕੋਈ ਮੋਸ਼ਨ ਆਇਆ ਹੈ ਜਾਂ ਕੋਈ ਬਿੱਲ ਆਇਆ ਹੈ, ਕੀ ਬਿੱਲ ਆਉਣਗੇ, ਉਹ ਸਾਰੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਵਿੱਚ ਤੈਅ ਕਰਕੇ ਫਿਰ ਕੰਮਕਾਜ ਤੈਅ ਹੁੰਦਾ ਵੀ ਕਿੰਨੇ ਦਿਨ ਸੈਸ਼ਨ ਚੱਲੇਗਾ, 2 ਦਿਨ ਚੱਲੇਗਾ, 4 ਦਿਨ ਚੱਲੇਗਾ, 6 ਦਿਨ ਚੱਲੇਗਾ। ਇਹ ਸਾਰਾ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਣ ਦੇ ਉੱਤੇ ਹੁੰਦਾ ਹੈ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਔਰ ਜਿੱਥੇ ਤੱਕ ਅੱਜ ਭਾਰਤ ਸਰਕਾਰ ਵੱਲੋਂ ਜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਮਰਪਿਤ ਚੰਡੀਗੜ੍ਹ ਏਅਰਪੋਰਟ ਦਾ ਨਾਮ ਐਲਾਨ ਕਰ ਦਿੱਤਾ, ਲਾਜ਼ਮੀ ਤੌਰ ਤੇ ਸਾਰੇ ਲੋਕ ਉਹਨਾਂ ਦਾ ਸਵਾਗਤ ਕਰ ਰਹੇ ਨੇ। ਔਰ ਜਿੱਥੋਂ ਤੱਕ ਪੰਜਾਬ ਸਰਕਾਰ ਤੇ ਪੰਜਾਬ ਦੇ ਰਾਜਪਾਲ ਦਾ ਮਸਲਾ ਬਣਿਆ ਬੈਠਾ ਹੈਗਾ ਕਿ ਬਿਜ਼ਨਸ ਗਵਰਨਰ ਸਾਹਿਬ ਮੰਗ ਸਕਦੇ ਜਾਂ ਨਹੀਂ ਮੰਗ ਸਕਦੇ, ਉਸ ਮਸਲੇ 'ਚ ਵੀ ਸਥਿਤੀ ਸਪਸ਼ਟ ਹੋ ਚੁੱਕੀ ਹੈ ਕਿ ਜਿਹੜੇ ਲੋਕਾਂ ਦੁਆਰਾ ਚੁਣੇ ਹੋਏ ਲੋਕਾਂ ਦਾ ਜਿਹੜਾ ਮੰਤਰ ਹੁੰਦਾ ਵਿਧਾਨ ਸਭਾ, ਉਹ ਸਿਰਫ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉੱਥੇ ਮਸਲੇ ਹੱਲ ਹੋਣੇ ਚਾਹੀਦੇ, ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦੁਆਰਾ ਆਪਣੇ ਸਿਆਸੀ ਜਿਹੜੇ ਸਕੋਰ ਉਹ ਸੈਟਲ ਕਰਨ ਵਾਸਤੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।